ਕੱਲ ਇੱਕ ਪ੍ਰਸ਼ਨ ਪੁੱਛਿਆ ਸੀ। ਵਾਹਿਗੁਰੂ ਜੀ, ਇੱਕ ਪ੍ਰਸ਼ਨ ਜੀ ਕਰਮ ਸਿਧਾਂਤ ਬਾਰੇ ਚਾਨਣਾ ਕਰਨਾ ਜੀ। ਜਿਸ ਤਰ੍ਹਾਂ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭ ਰਾਜ ਸੰਭਾਲਦੇ ਆਏ ਹਨ, ਗੁਰਬਾਣੀ ਵਿੱਚ ਵੀ ਉਚਾਰਿਆ ਹੋਇਆ ਹੈ ਜੀ। ਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਕਰਮ ਸਿਧਾਂਤ ਪਹਿਲਾਂ ਤਾਂ ਇਹ ਸਮਝਣਾ ਕਰੋ ਵੀ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ ਉਹ ਕਰਮਾਂ ਦੇ ਸਿਧਾਂਤ 'ਚ ਨਹੀਂ ਹਨ। ਉਹ ਕਰਮਾਂ ਤੋਂ ਉੱਪਰ ਹਨ। ਪਰ ਉਹ ਕਰਮ ਕਰਦੇ ਤੁਹਾਨੂੰ ਦਿਖਦੇ ਹਨ ਤੇ ਤੁਸੀਂ ਸੋਚਦੇ ਹੋ ਵੀ ਜਿਹੜੇ ਪਰਮ ਪੁਰਖ ਹੁੰਦੇ ਹਨ ਉਹ ਚੰਗੇ ਚੰਗੇ ਕਰਮ ਕਰਦੇ ਹਨ, ਸ਼ੁਭ ਕਰਮ ਕਰਦੇ ਹਨ, ਤੇ ਬਹੁਤੇ ਲੋਕ ਉਹਨਾਂ ਦੀ ਨਕਲ ਕਰਦੇ ਹਨ। ਕਿਉਂਕਿ ਦੇਖਦੇ ਤੇ ਬਾਹਰ ਹੀ ਹਨ ਕਰਮ ਕਰਦੇ ਹੋਏ, ਤੇ ਇਹਨਾਂ ਕਰਮਾਂ ਦਾ ਹੀ ਇਤਿਹਾਸ ਬਣਦਾ ਹੈ। ਕਰਮਾਂ ਦਾ ਇਹ ਇਤਿਹਾਸ ਬਣਦਾ ਹੈ ਨਾ, ਜੋ ਬਾਹਰ ਕੀਤੇ ਜਾਂਦੇ ਹਨ। ਜੋ ਜੋ ਕੀਤਾ ਹੈ ਗੁਰੂਆਂ ਨੇ, ਉਹਨਾਂ ਦਾ ਇਤਿਹਾਸ ਬਣਦਾ ਹੈ, ਤੇ ਇਤਿਹਾਸ ਨੂੰ ਹੀ ਮਿਥਿਹਾਸ ਕਿਹਾ ਹੈ। ਇਹਦਾ ਕੀ ਭਾਵ ਹੋਇਆ? ਉਪਦੇਸ਼ ਦੇ ਵਿੱਚ ਕਿਹਾ ਹੈ ਨਾ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਜੋ ਗੁਰੂ ਕਹਿੰਦਾ ਹੈ ਨਾ ਉਹ ਕਾਰ ਕਮਾਵੋ। ਜੋ ਕੰਮ ਕਰ ਰਿਹਾ ਹੈ ਉਹਦੇ ਵੱਲ ਧਿਆਨ ਨਾ ਦਿਓ। ਗੁਰ ਕੀ ਕਰਨੀ ਕਾਹੇ ਧਾਵੋ, ਕਿਉਂਕਿ ਉਹ ਜੋ ਕਰ ਰਿਹਾ ਹੈ ਨਾ ਉਹ ਵਾਸਤਵਿਕ ਨਹੀਂ ਹੈ, ਪਰ ਜੋ ਕਹਿ ਰਿਹਾ ਹੈ ਉਹ ਬਿਲਕੁਲ ਵਾਸਤਵਿਕ ਹੈ, 100% ਸੱਚ ਹੈ। ਪਰ ਜੋ ਕਰ ਰਿਹਾ ਹੈ ਨਾ ਉਹ ਵਾਸਤਵਿਕ ਨਹੀਂ ਹੈ। ਫਿਰ ਖਿਆਲ ਵਿੱਚ ਲੈ ਲਿਓ, ਇਹ ਗੱਲ ਬਹੁਤ ਵਾਰਾਂ ਪਿੱਛੇ ਵੀ ਕਹੀ ਗਈ ਹੈ, ਤੇ ਬਹੁਤੇ ਸਰੋਤਿਆਂ ਨੂੰ ਖਿਆਲ ਵਿੱਚ ਰਹਿੰਦਾ ਨਹੀਂ ਹੈ, ਯਾਦ ਨਹੀਂ ਰਹਿੰਦਾ ਹੈ ਨਾ, ਸਮਝ ਵਿੱਚ ਨਹੀਂ ਆਉਂਦੀ ਹੈ ਗੱਲ। ਆਮ ਸਧਾਰਨ ਸੰਸਾਰੀ ਜੀਵ ਨੂੰ ਅਗਰ ਦੇਖਣਾ ਹੋਵੇ ਤੁਸੀਂ, ਤਾਂ ਉਹਨੂੰ ਦੇਖਣਾ ਪੈਂਦਾ ਹੈ ਕਰਮਾਂ ਵਿੱਚ, ਕਿਉਂਕਿ ਉਹ ਕਰਮ ਵਿੱਚ ਸੱਚ ਹੁੰਦਾ ਹੈ। ਕਰਮ ਵਿੱਚ ਆਮ ਸਧਾਰਨ ਆਦਮੀ ਦੀ ਜ਼ਿਆਦਾ ਸੱਚਾਈ ਹੁੰਦੀ ਹੈ, ਕਹਿਣ ਵਿੱਚ ਸੱਚਾ ਨਹੀਂ ਹੁੰਦਾ ਹੈ। ਚੋਰ ਚੋਰੀ ਕਰ ਰਿਹਾ ਹੈ, ਚੋਰੀ ਦੇ ਵਿੱਚ ਤੇ ਸੱਚਾਈ ਹੈ ਕਰਮ ਦੇ ਵਿੱਚ, ਪਰ ਕਹਿ ਰਿਹਾ ਮੈਂ ਕਰਦਾ ਨਹੀਂ ਹਾਂ। ਆਦਮੀ ਹੇਰਾ ਫੇਰੀ ਕਰ ਰਿਹਾ ਹੈ, ਰਿਸ਼ਵਤ ਲੈ ਰਿਹਾ ਹੈ, ਕਰਮ ਦੇ ਵਿੱਚ ਉਹਦੀ ਸੱਚਾਈ ਹੈ। ਕਰਮ ਦੇਖੋਗੇ ਤਾਂ ਪਤਾ ਲੱਗ ਜੂਗਾ ਵੀ ਬੰਦਾ ਇਹੋ ਜਿਹਾ ਹੈ, ਰਿਸ਼ਵਤ ਲੈਣ ਵਾਲਾ।
ਪਰ ਜੋ ਕਹਿ ਰਿਹਾ ਹੈ ਕਹਿੰਦਾ ਮੈਂ ਨਹੀਂ ਲੈਂਦਾ। ਜੋ ਕਹਿ ਰਿਹਾ ਹੈ ਉਹਦੇ ਵਿੱਚ ਸੱਚਾਈ ਨਹੀਂ ਹੈ। ਆਮ ਸਧਾਰਣਤਾ ਹੈ, ਆਦਮੀ ਦੇ ਕਰਮ ਦੇਖ ਕੇ ਤੁਸੀਂ ਆਦਮੀ ਨੂੰ ਪਰਖਦੇ ਹੋ। ਗੱਲ ਵੀ ਠੀਕ ਹੈ, ਪਰ ਜਿਹੜਾ ਪਰਮ ਪੁਰਖ ਹੈ ਨਾ, ਉਹ ਬਿਲਕੁਲ ਉਲਟਾ ਹੁੰਦਾ ਹੈ ਸਾਧਾਰਨ ਆਦਮੀ ਨਾਲ। ਇਹੋ ਹੀ ਫਰਕ ਹੈ। ਮੂਲ ਰੂਪ ਦੇ ਵਿੱਚ ਪਰਮ ਪੁਰਖ ਤੇ ਆਮ ਸਧਾਰਨ ਦੇ ਵਿੱਚ ਇਹੋ ਹੀ ਫਰਕ ਹੈ। ਉਹਦੇ ਕਰਮ ਵਿੱਚ ਸੱਚਾਈ ਨਹੀਂ ਹੁੰਦੀ, ਉਹਦੇ ਕਹਿਣ ਵਿੱਚ ਸੱਚਾਈ ਹੁੰਦੀ। ਉਹ ਕਰਮ ਕਰਦਾ ਹੈ ਇਸ ਢੰਗ ਦੇ ਨਾਲ ਜਿਵੇਂ ਸੰਸਾਰ ਇੱਕ ਝੂਠ ਹੈ ਅਤੇ ਝੂਠ ਦੇ ਵਿੱਚ ਕਰਮ ਕਰਨੇ ਹਨ, ਅਤੇ ਕਰਮ ਵੀ ਉਹਦੇ ਝੂਠੇ ਹੁੰਦੇ। ਉਹ ਜਾਣਦਾ ਹੁੰਦਾ ਹੈ ਵੀ ਝੂਠ ਹੈ, ਵਾਸਤਵਿਕ ਥੋੜ੍ਹੀ। ਅਤੇ ਕਰਮ ਤੇ ਉਹ ਕਰਦਾ ਹੈ ਬਿਲਕੁਲ ਸਹਿਜ। ਅਤੇ ਬਹੁਤ ਜਿਹੜੇ ਪਹੁੰਚੇ ਹੋਏ ਮਹਾਂਪੁਰਖ ਹਨ ਨਾ, ਜਾਂ ਗੁਰੂ ਹਨ, ਪੀਰ ਪੈਗੰਬਰ ਹਨ, ਉਹਨਾਂ ਦੇ ਕਰਮ ਜਿਹੜੇ ਹਨ ਨਾ, ਉਹਨਾਂ ਦੇ ਵਿੱਚ ਅਗਰ ਤੁਸੀਂ ਟੋਟਲ ਸੱਚਾਈ ਲੱਭਣੀ ਚਾਹੋ ਤਾਂ ਲੱਭੋਗੇ ਨਹੀਂ। ਬਹੁਤ ਸਾਰੇ ਕਰਮ ਐਸੇ ਹਨ ਜਿਹੜੇ ਆਮ ਸਧਾਰਨ ਬੰਦਾ ਕਹੂਗਾ ਵੀ ਉਹ ਗਲਤ ਹਨ, ਪਰ ਉਹਨਾਂ ਨੇ ਕੀਤੇ ਹਨ। ਦਰਅਸਲ ਬਹੁਤ ਸਾਰੇ ਕਰਮ ਐਸੇ ਹੁੰਦੇ ਹਨ ਉਹਨਾਂ ਕੋਲ ਜਿਹੜੇ ਆਮ ਸਧਾਰਨਤਾ ਹੈ ਬੰਦਾ ਕਹੂਗਾ ਵੀ ਇਹ ਧਾਰਮਿਕ ਕਰਮ ਹੀ ਨਹੀਂ ਹੈ। ਹਾਂ, ਇਤਿਹਾਸ ਉਹਨਾਂ ਦਾ ਬਾਅਦ ਵਿੱਚ ਲਿਖਿਆ ਜਾਂਦਾ ਹੈ ਕਾਫੀ ਸਮੇਂ। ਫਿਰ ਜਿਹੜੇ ਲਿਖਦੇ ਹਨ ਉਹ ਸ਼ਰਧਾਲੂ ਹਨ, ਅਤੇ ਸ਼ਰਧਾ ਦੁਆਰਾ ਉਹ ਚੰਗੀਆਂ ਚੰਗੀਆਂ ਗੱਲਾਂ ਲਿਖਦੇ ਹਨ। ਜਿਹੜੀਆਂ ਨਹੀਂ ਲਿਖਣਯੋਗ ਹਨ, ਉਹਨਾਂ ਨੂੰ ਲੱਗਦਾ ਹੈ ਵੀ ਧਰਮ ਦੇ ਅਨੁਕੂਲ ਨਹੀਂ ਹਨ, ਉਹਨਾਂ ਨੂੰ ਛੱਡ ਦਿੰਦੇ ਹਨ। ਅਤੇ ਅਗਰ ਉਹਨਾਂ ਦੇ ਕਰਮ ਹੀ ਤੁਸੀਂ ਵਾਚੋਗੇ ਤਾਂ ਉਹ ਤੁਹਾਨੂੰ ਵੀ ਧਾਰਮਿਕ ਨਹੀਂ ਲੱਗਣਗੇ। ਖਿਆਲ ਵਿੱਚ ਰੱਖੋ, ਜਿਵੇਂ ਕ੍ਰਿਸ਼ਨ ਦੇ ਅਗਰ ਤੁਸੀਂ ਕਰਮ ਹੀ ਦੇਖੋਗੇ ਨਾ, ਤਾਂ ਉਹਨਾਂ ਕਰਮਾਂ ਦੇ ਵਿੱਚ ਸਭ ਕੁਝ ਹੀ ਹੈ। ਝੂਠ ਵੀ ਹੈ, ਹੇਰਾ ਫੇਰੀ ਵੀ ਹੈ, ਚਲਾਕੀ ਵੀ ਹੈ, ਚਤਰਾਈ ਵੀ ਹੈ, ਸਭ ਕੁਝ ਤੁਹਾਨੂੰ ਲੱਭੇਗਾ। ਇਸੇ ਕਰਕੇ ਹੀ ਜੈਨੀਆਂ ਨੇ ਕ੍ਰਿਸ਼ਨ ਨੂੰ ਅਵਤਾਰੀ ਪੁਰਖ ਨਹੀਂ ਕਿਹਾ ਹੈ, ਬੋਧੀਆਂ ਨੇ ਵੀ ਨਹੀਂ ਕਿਹਾ ਹੈ, ਕਿਉਂਕਿ ਜੈਨੀ ਅਤੇ ਬੋਧੀ ਬਾਹਰ ਕਰਮ ਦੇਖਦੇ ਹਨ। ਉਹਨਾਂ ਦੇ ਗੁਰੂਆਂ ਨੇ ਕਰਮ ਕੀਤਾ ਹੈ, ਅਤੇ ਕਰਮਾਂ ਦੇ ਤਲ 'ਤੇ ਤੁਸੀਂ ਸੋਚੋਗੇ ਤਾਂ ਉਹ ਧਾਰਮਿਕ ਲੱਗਣਗੇ ਹੀ ਨਹੀਂ। ਅਤੇ ਜਿੰਨਾ ਜੇ ਤੁਸੀਂ ਗੱਲ ਵੀ ਕੀਤੀ ਹੈ ਨਾ, ਗੁਰੂ ਹਰਗੋਬਿੰਦ ਸਿੰਘ ਸਾਹਿਬ, ਇਹਨਾਂ ਦੇ ਜੀਵਨ ਦੀ ਵੀ ਇੱਕ ਘਟਨਾ ਹੈ। ਇੱਕ ਹਿੰਦੂ ਲੜਕੀ ਜਿਹਨੂੰ ਕੌਲਾਂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ, ਅਤੇ ਅਜੋਕੇ ਸਮੇਂ ਤੁਸੀਂ ਮਾਤਾ ਕੌਲਾਂ ਦੇ ਨਾਂ ਦੇ ਨਾਲ ਜਾਣਦੇ ਹੋ, ਤਾਂ ਉਹਨੂੰ ਰਾਤ ਨੂੰ ਚੋਰੀ ਭਜਾ ਕੇ ਲਿਆਂਦਾ ਸੀ। ਇਹ ਤਾਂ ਤੁਸੀਂ ਧਾਰਮਿਕ ਕਰਮ ਕਹੋਗੇ ਹੀ ਨਹੀਂ। ਹੁਣ ਇੱਕ ਲੜਕਾ ਇੱਕ ਲੜਕੀ ਨੂੰ ਭਜਾ ਕੇ ਲੈ ਕੇ ਜਾਂਦਾ ਹੋਵੇ ਅਤੇ ਤੁਸੀਂ ਉਹਨੂੰ ਧਾਰਮਿਕ ਕਹੋਗੇ। ਅਤੇ ਉਸ ਸਮੇਂ ਸਿੱਖਾਂ ਨੇ ਵੀ ਬਹੁਤ ਵਿਰੋਧ ਕੀਤਾ ਸੀ ਗੁਰੂ ਦਾ, ਵੀ ਤੁਸੀਂ ਇਹ ਠੀਕ ਨਹੀਂ ਕੀਤਾ ਹੈ, ਵੀ ਇਹਦੇ ਨਾਲ ਬਹੁਤ ਬਦਨਾਮੀ ਹੋਵੇਗੀ। ਪਰ ਉਹਨਾਂ ਨੂੰ ਇਹ ਥੋੜ੍ਹੀ ਪਤਾ ਹੈ ਵੀ ਗੁਰੂ ਕੀ ਕਰ ਰਿਹਾ ਹੈ। ਉਹਦੇ ਕਰਮ ਦੇਖਦੇ ਹਨ, ਵੀ ਗੁਰੂ ਦੇਖਦਾ ਹੈ ਉਹਦੀ ਭਾਵਨਾ, ਵੀ ਉਹਦੀ ਭਾਵਨਾ ਕਿੰਨੀ ਸੀ ਜਿਹਨੂੰ ਲੈ ਕੇ ਆਏ ਸਨ। ਉਹ ਕਿੰਨਾ ਤੜਫਦੀ ਸੀ, ਕਿੰਨਾ ਪਿਆਸੀ ਸੀ। ਪਰ ਬਾਹਰੋਂ ਤਾਂ ਦੇਖਣ ਨੂੰ ਲੱਗੂਗਾ ਨਾ ਵੀ ਇਹ ਗੁਰੂ ਵਾਲਾ ਕੰਮ ਹੀ ਨਹੀਂ ਹੈ, ਅਤੇ ਬਾਹਰੋਂ ਕੋਈ ਧਾਰਮਿਕ ਕਰਮ ਥੋੜ੍ਹੀ ਲੱਗਦਾ। ਅਤੇ ਇਹੋ ਜਿਹੇ ਬਹੁਤ ਕਰਮ ਹਨ
ਜਿਹੜੇ ਬਾਅਦ ਦੇ ਵਿੱਚ ਇਤਿਹਾਸਕਾਰ ਲਿਖਦੇ ਨਹੀਂ ਹਨ। ਤੇ ਕਰਮ ਜਿਹੜੇ ਹਨ ਨਾ ਉਹ ਵਾਸਤਵਿਕ ਨਹੀਂ ਹੁੰਦੇ ਹਨ। ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਤਿਹਾਸ ਨਹੀਂ ਲਿਖਿਆ ਗਿਆ, ਗੁਰੂਆਂ ਦੇ ਕਰਮ ਨਹੀਂ ਲਿਖੇ ਗਏ ਹਨ। ਗੁਰੂਆਂ ਨੇ ਜੋ ਕਿਹਾ ਹੈ ਨਾ ਉਹ ਲਿਖਿਆ ਗਿਆ ਹੈ, ਕਰਮ ਥੋੜ੍ਹੀ ਲਿਖੇ ਗਏ ਹਨ। ਇਤਿਹਾਸ ਦੇ ਵਿੱਚ ਗੁਰੂਆਂ ਦੇ ਕਰਮ ਨਹੀਂ ਹਨ। ਤੇ ਪੁਰਾਤਨ ਸਮੇਂ 'ਚ ਵੀ ਇਹ ਖਿਆਲ ਸੀ। ਤੁਸੀਂ ਪੁਰਾਣੇ ਗ੍ਰੰਥ ਪੜ੍ਹੋਗੇ ਨਾ, ਰਿਸ਼ੀਆਂ ਮੁਨੀਆਂ ਦੇ ਉਪਦੇਸ਼ ਬਹੁਤ ਹਨ, ਪਰ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ, ਕਿਉਂਕਿ ਇਤਿਹਾਸ ਵਾਸਤਵਿਕ ਨਹੀਂ ਹੁੰਦਾ ਹੈ, ਕਰਮ ਵਾਸਤਵਿਕ ਨਹੀਂ ਹੁੰਦੇ ਹਨ, ਉਪਦੇਸ਼ ਵਾਸਤਵਿਕ ਹੈ। ਤੇ ਗੁਰੂਆਂ ਨੇ ਉਪਦੇਸ਼ ਨੂੰ ਸੰਭਾਲ ਕੇ ਰੱਖਿਆ ਹੈ। ਦੇਖੋ, ਤੇ ਗੁਰੂ ਅਰਜਨ ਦੇਵ ਜੀ ਨੇ ਸਾਰਾ ਹੀ ਉਪਦੇਸ਼ ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਹੈ। ਇਤਿਹਾਸ ਨਹੀਂ ਲਿਖਿਆ ਹੈ, ਕਰਮ ਨਹੀਂ ਲਿਖਿਆ ਹੈ ਵੀ ਕਰਮ ਕੀ ਕੀਤਾ ਸੀ ਗੁਰੂਆਂ ਨੇ, ਕਿਉਂਕਿ ਕਰਮ ਵਾਸਤਵਿਕ ਨਹੀਂ ਹੈ ਨਾ, ਕੰਮ ਵਾਸਤਵਿਕ ਨਹੀਂ ਹਨ ਉਹਨਾਂ ਦੇ। ਤੇ ਤੁਸੀਂ ਤੇ ਬਾਹਰ ਕਰਮ ਦੇਖਦੇ ਹੋ, ਪਰ ਉਹਨਾਂ ਦੇ ਕਰਮ ਵਾਸਤਵਿਕ ਨਹੀਂ ਹੁੰਦੇ ਹਨ। ਉਹ ਜੋ ਕਹਿੰਦੇ ਹਨ ਨਾ ਉਹ ਸੱਚ ਹੁੰਦਾ ਹੈ, ਉਹ ਵਾਸਤਵਿਕ ਹੁੰਦਾ ਹੈ। ਪਰ ਬਾਹਰੋਂ ਜਿਹੜਾ ਵੀ ਕੋਈ ਜੁੜਦਾ ਹੈ ਉਹ ਤੇ ਬਾਹਰ ਹੀ ਜੁੜਦਾ ਹੈ ਨਾ, ਤੇ ਕਰਮ ਹੀ ਦੇਖਦਾ ਹੈ। ਜਿਵੇਂ ਹੁਣੇ ਹੀ ਇੱਕ ਥੋੜ੍ਹੀ ਦੇਰ ਪਹਿਲਾਂ ਘਟਨਾ ਘਟੀ, ਉਹਦੇ ਦੁਆਰਾ ਵੀ ਤੁਸੀਂ ਸਮਝ ਸਕਦੇ ਹੋ। ਮੈਂ ਬਾਹਰ ਆਰਾਮ ਕਰਨ ਲੱਗਾ ਤੇ ਮਾਈਆਂ ਮੇਰੇ ਕੋਲ ਬੈਠੀਆਂ ਹੋਈਆਂ ਸਨ। ਮੈਂ ਕਿਹਾ ਚਲੋ ਆਰਾਮ ਕਰਦੇ ਹਾਂ, ਬੋਲੋ ਰਾਮ ਰਾਮ। ਇਹਨਾਂ ਨੇ ਵੀ ਬੋਲਿਆ ਰਾਮ ਨਾਮ। ਮੈਂ ਕਿਹਾ ਸੱਤ ਹੈ, ਕੰਬਲ ਉੱਪਰ ਲੈਦੇ ਹੋਏ। ਇਹ ਕਹਿੰਦੇ ਨਾ ਨਾ ਨਾ, ਸੱਤ ਨਹੀਂ ਹੈ। ਇਹਨਾਂ ਦਾ ਖਿਆਲ ਉਸ ਪੱਖ ਵੱਲ ਨੂੰ ਚਲੇ ਗਿਆ ਜਦੋਂ ਹਿੰਦੂ ਮੁਰਦੇ ਨੂੰ ਲੈ ਕੇ ਜਾਂਦੇ ਹਨ ਨਾ ਛਿਵਿਆਂ ਵੱਲ, ਤਾਂ ਉਦੋਂ ਕਹਿੰਦੇ ਜਾਂਦੇ ਹਨ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਅਤੇ ਇਹਨਾਂ ਦਾ ਖਿਆਲ ਉੱਧਰ ਨੂੰ ਚਲੇ ਗਿਆ, ਕਹਿੰਦੇ ਨਾ ਜੀ ਰਾਮ ਨਾਮ ਸੱਤ ਨਹੀਂ ਹੈ। ਇਹ ਤਾਂ ਸਹਿਜ ਸੁਭਾਅ ਇਹਨਾਂ ਦੇ ਮੂੰਹ 'ਚੋਂ ਨਿਕਲਿਆ, ਪਰ ਵਾਸਤਵਿਕ ਇਹੋ ਹੀ ਹੈ। ਅਗਰ ਰਾਮ ਨਾਮ ਸੱਤ ਹੈ ਨਾ, ਜੋ ਦਿਖ ਰਿਹਾ ਝੂਠ ਹੋ ਜਾਂਦਾ ਹੈ। ਅਗਰ ਰਾਮ ਨਾਮ ਸੱਤ ਹੋ ਗਿਆ ਤਾਂ ਜੋ ਦਿਖ ਰਿਹਾ ਝੂਠ ਹੀ ਹੋ ਜਾਵੇਗਾ ਨਾ। ਹੁਣ ਉਹ ਮੁਰਦੇ ਨੂੰ ਲੈ ਕੇ ਜਾ ਰਹੇ ਹਨ ਤੇ ਕਹਿ ਰਹੇ ਹਨ ਰਾਮ ਨਾਮ ਸੱਤ ਹੈ। ਇਹਦਾ ਭਾਵ ਹੈ ਵੀ ਰਾਮ ਨਾਮ ਸੱਤ ਹੈ ਤੇ ਜਿਹੜਾ ਮੁਰਦਾ ਹੈ ਝੂਠ ਸੀ, ਤਦੇ ਤੇ ਮਰ ਗਿਆ ਹੈ, ਤਦੇ ਤੇ ਮਰ ਗਿਆ ਹੈ। ਰਾਮ ਨਾਮ ਸੱਤ ਹੈ, ਪਰ ਉਹ ਮਰੇ ਦੇ ਉੱਪਰ ਕਹਿ ਰਹੇ ਹਨ, ਮੁਰਦਾ ਲਿਜਾਈ ਜਾ ਰਹੇ ਹਨ ਤੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਵੀ ਇਹ ਮੁਰਦਾ ਝੂਠ ਸੀ। ਪਰ ਤੁਸੀਂ ਸੱਚ ਹੋ, ਲਿਜਾਣ ਵਾਲੇ ਸੱਚ ਹੋ, ਤਾਂ ਉਸੇ ਵੇਲੇ ਭੁੱਲ ਜਾਂਦਾ ਹੈ। ਮੁਰਦਾ ਫੂਕਣ ਗਏ ਸੀ ਜਿਹੜੇ, ਤੋ ਆਉਂਦੇ ਹੀ ਭੁੱਲ ਜਾਂਦੇ ਹਨ। ਫਿਰ ਉਹ ਜਿਹੜਾ ਝੂਠ ਜਿਹੜਾ ਸੰਸਾਰ ਸੀ ਉਹਦੇ ਵਿੱਚ ਫੇਰ ਲੱਗ ਜਾਂਦੇ ਹਨ ਅਤੇ ਉਹਨਾਂ ਨੂੰ ਖਿਆਲ ਵਿੱਚ ਨਹੀਂ ਰਹਿ ਜਾਂਦਾ ਵੀ ਕੱਲ੍ਹ ਨੂੰ ਸਾਡੇ ਵੀ ਪਿੱਛੇ ਇੱਦਾਂ ਹੀ ਕਰਦੇ ਜਾਣਗੇ। ਐਸੀਵੀਆਂ ਤਾਂ ਝੂਠ ਹੀ ਹਨ, ਪਰ ਝੂਠ ਦਿਖਦਾ ਨਹੀਂ ਹੈ। ਆਪਾਂ ਨੂੰ ਬਾਹਰ ਸੱਤ ਦਿਖਦਾ ਹੈ, ਭਾਵੇਂ ਕਿੰਨੀ ਵਾਰਾਂ ਵੀ ਮਰਜ਼ੀ ਕਹੀ ਜਾਵੇ ਨਾ ਵੀ ਸਭ ਕੁਝ ਝੂਠ ਹੈ, ਪਰ ਐਸਾ ਖਿਆਲ ਥੋੜ੍ਹੀ ਆਉਂਦਾ ਹੈ। ਐਸਾ ਵਾਸਤਵਿਕ ਦੇ ਵਿੱਚ
ਭਾਵ ਥੋੜ੍ਹੀ ਤੁਹਾਡਾ ਬਣਦਾ ਹੈ ਵੀ ਇਹ ਝੂਠ ਹੈ। ਤੇ ਜੇ ਭਾਵ ਹੀ ਨਾ ਬਣਿਆ ਵੀ ਇਹ ਝੂਠ ਹੈ, ਵਾਸਤਵਿਕ ਲੱਗ ਰਿਹਾ ਹੈ, ਸੱਚ ਲੱਗ ਰਿਹਾ ਹੈ, ਤੇ ਇਹਦਾ ਹੀ ਇਤਿਹਾਸ ਬਣਦਾ ਹੈ, ਤੇ ਇਹਦੇ ਨਾਲ ਹੀ ਜੁੜੋਗੇ ਨਾ। ਸਰੀਰ ਦਾ ਇਤਿਹਾਸ ਬਣਦਾ ਹੈ, ਸਰੀਰ ਹੀ ਕਰਮ ਕਰਦਾ ਹੈ। ਤੇ ਧਾਰਮਿਕ ਲੋਕ ਜਿਹੜੇ ਹਨ ਨਾ, ਉਹ ਫਿਰ ਸੰਸਾਰ ਦੇ ਨਾਲ ਹੀ ਜੁੜ ਜਾਂਦੇ ਹਨ, ਗੁਰੂਆਂ ਦੁਆਰਾ ਵੀ। ਗੁਰੂਆਂ ਨੇ ਕਿਹਾ ਸੀ ਉਪਦੇਸ਼ ਦੁਆਰਾ ਪ੍ਰਮਾਤਮਾ ਨਾਲ ਜੁੜਨਾ ਹੈ, ਇਸ ਕਰਕੇ ਉਹਨਾਂ ਨੇ ਉਪਦੇਸ਼ ਦਿੱਤਾ ਸੀ। ਪਰ ਧਾਰਮਿਕ ਲੋਕ ਉਹਨਾਂ ਦੇ ਸਰੀਰ ਦੁਆਰਾ ਸੰਸਾਰ ਨਾਲ ਜੁੜ ਜਾਂਦੇ ਹਨ, ਕਿਉਂਕਿ ਸਰੀਰ ਤੇ ਸੰਸਾਰ ਦਾ ਹੀ ਹੈ ਨਾ, ਇਸ ਮਿੱਟੀ ਦਾ ਹੀ, ਇਸ ਮਿੱਟੀ 'ਚ ਹੀ ਕਰਮ ਕੀਤੇ ਹਨ, ਤੇ ਉਹਨਾਂ ਕਰਮਾਂ ਦਾ ਇਤਿਹਾਸ ਬਣ ਜਾਂਦਾ ਹੈ। ਤੋ ਇਤਿਹਾਸ ਦੁਆਰਾ ਫਿਰ ਉੱਥੇ ਹੀ ਜੁੜ ਜਾਂਦਾ ਹੈ ਸੰਸਾਰ ਨਾਲ। ਉਹ ਸੰਸਾਰ 'ਚੋਂ ਕੱਢਣ ਦਾ ਉਪਦੇਸ਼ ਦਿੰਦੇ ਹਨ, ਪਰ ਧਾਰਮਿਕ ਲੋਕ ਉਹਨਾਂ ਦੁਆਰਾ ਹੀ ਸੰਸਾਰ ਦੇ ਨਾਲ ਜੁੜ ਜਾਂਦੇ ਹਨ। ਹੁਣ ਤੁਸੀਂ ਸੋਚੋ ਵੀ ਜਿਹੜੇ ਪ੍ਰਚਾਰਕ ਹਨ, ਵਿਚਾਰਕ ਹਨ, ਕਵੀਸ਼ਰ ਹਨ, ਉਹ ਸਾਰੇ ਇਤਿਹਾਸ ਦੁਆਰਾ ਕਿੱਥੇ ਜੋੜ ਰਹੇ ਹਨ? ਤੁਹਾਨੂੰ ਸੰਸਾਰ ਨਾਲ ਜੋੜ ਰਹੇ ਹਨ। ਤੇ ਇਤਿਹਾਸ ਕਿਹਦਾ ਲਿਖਿਆ ਹੋਇਆ ਹੈ? ਸਰੀਰ ਦਾ, ਜੋ ਵਾਸਤਵਿਕ ਨਹੀਂ ਹੈ, ਜੋ ਝੂਠ ਹੈ, ਅਸੱਤ ਹੈ। ਜਿਹੜਾ ਜਾਣ ਲੈਂਦਾ ਹੈ ਨਾ ਸੰਸਾਰ ਅਸੱਤ ਹੈ, ਉਹਦੇ ਸਾਰੇ ਹੀ ਕਰਮ ਅਸੱਤ ਹੁੰਦੇ ਹਨ, ਕਿਉਂਕਿ ਉਹਦਾ ਮਨ ਕਰਮਾਂ ਵਿੱਚ ਨਹੀਂ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਤੁਸੀਂ ਫਸਦੇ ਕਿਉਂ ਹੋ ਕਰਮ ਦੇ ਜਾਲ ਦੇ ਵਿੱਚ? ਕਿਉਂਕਿ ਤੁਹਾਡਾ ਮਨ ਕਰਮਾਂ ਦੇ ਵਿੱਚ ਹੈ। ਮਨ ਕਰਮਾਂ ਦੇ ਵਿੱਚ ਕਿਉਂ ਹੈ? ਕਿਉਂਕਿ ਜੋ ਤੁਸੀਂ ਕਰ ਰਹੇ ਹੋ ਉਹਨੂੰ ਸੱਚ ਸਮਝ ਰਹੇ ਹੋ, ਤੇ ਜਿਹੜੀ ਚੀਜ਼ ਨੂੰ ਤੁਸੀਂ ਸੱਚ ਸਮਝੋਗੇ ਉਹਦੇ ਨਾਲ ਜੁੜੋਗੇ। ਤੇ ਵਿਚਾਰ ਦੇ ਤਲ 'ਤੇ ਤੁਸੀਂ ਕਰਮਾਂ ਦੇ ਨਾਲ ਜੁੜੇ ਹੋਏ ਹੋ, ਸੋਚ ਕੇ ਕਰਦੇ, ਤਾਂ ਉਹਦੇ ਦੁਆਰਾ ਸੰਸਾਰ ਨਾਲ ਜੁੜ ਰਹੇ।